ਜਿਵੇਂ ਕਿ ਅਸੀਂ ਪਹਿਲਾਂ ਵੀ ਦੀਵਾਨਾਂ ਵਿੱਚ ਸ਼ਰਵਣ ਕਰ ਚੁੱਕੇ ਹਾਂ ਕਿ ਗੁਰੂ ਦੇ ਉੱਤੇ ਭਰੋਸਾ ਕਰਨਾ ਕਿੰਨਾ ਜ਼ਰੂਰੀ ਹੈ। ਜੇਕਰ ਅਸੀਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਚਾਹੁੰਦੇ ਹਾਂ, ਜੇਕਰ ਅਸੀਂ ਚਾਹੁੰਦੇ ਹਾਂ ਕਿ ਗੁਰੂ ਆਪਣੀ ਖੁਸ਼ੀ ਸਾਡੇ ਉੱਤੇ ਪ੍ਰਗਟ ਕਰੇ, ਤੇ ਜ਼ਰੂਰੀ ਹੈ ਕਿ ਸਾਡੇ ਵੱਲੋਂ ਵੀ ਕੁਝ ਗੁਰੂ ਨੂੰ ਦਿੱਤਾ ਜਾਵੇ। ਅਸੀਂ ਗੁਰੂ ਤੇ ਭਰੋਸਾ ਕਰੀਏ, ਅਸੀਂ ਗੁਰੂ ਦੇ ਫੇਥਫੁੱਲ ਪਰਸਨ ਬਣੀਏ। ਅਕਸਰ ਦੁਨੀਆ ਦੇ ਵਿੱਚ ਵੇਖਿਆ ਜਾਂਦਾ ਹੈ ਕਿ ਜਿਸ ਮਨੁੱਖ ਦੇ ਨਾਲ ਸਾਡੀ ਪ੍ਰੀਤ ਹੁੰਦੀ ਹੈ ਨਾ, ਉਸ ਦੇ ਉੱਤੇ ਹੀ ਅਸੀਂ ਭਰੋਸਾ ਕਰਦੇ ਹਾਂ। ਜਿਵੇਂ ਕਿ ਸਾਨੂੰ ਕਿਸੇ ਦੁਨਿਆਵੀ ਪਦਾਰਥ ਦੀ ਲੋੜ ਹੈ, ਅਸੀਂ ਸਭ ਤੋਂ ਪਹਿਲਾਂ ਉਸ ਇਨਸਾਨ ਕੋਲ ਭਰੋਸਾ ਕਰਕੇ ਜਾਵਾਂਗੇ ਜਿਸ ਨਾਲ ਸਾਡੀ ਪ੍ਰੀਤ ਹੈ। ਅਣਜਾਣ ਬੰਦੇ ਕੋਲ ਨਹੀਂ ਪਹਿਲਾਂ ਅਸੀਂ ਜਾਂਦੇ, ਪਹਿਲਾਂ ਉਸ ਪਰਸਨ ਕੋਲ ਜਾਇਆ ਜਾਂਦਾ ਹੈ ਜਿਸ ਨਾਲ ਸਾਡੀ ਪ੍ਰੀਤ ਹੁੰਦੀ ਹੈ। ਇਸ ਲਈ ਜੇਕਰ ਗੁਰੂ ਤੇ ਭਰੋਸਾ ਬਣਾਉਣਾ ਚਾਹੁੰਦੇ ਹਾਂ ਤੇ ਜ਼ਰੂਰੀ ਹੈ ਕਿ ਗੁਰੂ ਨਾਲ ਪਹਿਲਾਂ ਪ੍ਰੀਤ ਕੀਤੀ ਜਾਵੇ। ਤੇ ਜਿਵੇਂ ਕਿ ਭਗਤ ਫਰੀਦ ਜੀ ਵੀ ਕਹਿੰਦੇ ਹੈ ਕਿ ਦਿਲੋਂ ਮੁਹੱਬਤ ਜਿਨ ਸੇ ਸੱਚੇ। ਪ੍ਰੀਤ ਕਰਨੀ ਹੈ ਪਰ ਪ੍ਰੀਤ ਦਿਲੋਂ ਕੀਤੀ ਜਾਵੇ। ਨਹੀਂ, ਕਈ ਮਨੁੱਖਾਂ ਦੀ ਹਾਲਤ ਅਜਿਹੀ ਵੀ ਹੈ ਕਿ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ, ਜੋ ਕੱਚੇ ਪਿੱਲੇ ਵੀ ਹੈ। ਪਹਿਰਾਵਾ ਧਰਮੀਆਂ ਵਾਲਾ ਹੈ, ਪਰ ਜੋ ਦਿਲੋਂ ਪ੍ਰੀਤ ਕਰਨੀ ਸੀ ਉਹ ਉਹਨਾਂ ਵਿੱਚ ਨਹੀਂ। ਪਰ ਜਦੋਂ ਅਸੀਂ ਜੈਤ ਸ੍ਰੀ ਕੀ ਵਾਰ ਵਿੱਚ ਪੜ੍ਹਦੇ ਹਾਂ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾ ਦਿੰਦੇ ਨੇ ਕਿ ਗੁਰੂ ਦੇ ਨਾਲ ਪ੍ਰੀਤ ਕਰਨੀ ਹੈ, ਪਰ ਕਰਨੀ ਕਿਹੋ ਜਿਹੀ ਹੈ। ਉਸ ਵਾਰ ਦੇ ਵਿੱਚ ਗੁਰੂ ਸਾਹਿਬ ਕੁਝ ਜਾਨਵਰਾਂ ਦੀਆਂ ਉਦਾਹਰਨਾਂ ਲੈ ਕੇ ਸਾਨੂੰ ਸਮਝਾਉਂਦੇ ਹੈ ਕਿ ਸਿੱਖਾ, ਜੇਕਰ ਗੁਰੂ ਦੇ ਉੱਤੇ ਭਰੋਸਾ ਬਣਾਉਣਾ ਚਾਹੁੰਦਾ ਹੈ, ਪਹਿਲਾਂ ਜ਼ਰੂਰੀ ਹੈ ਕਿ ਗੁਰੂ ਦੇ ਨਾਲ ਪ੍ਰੀਤ ਕਰ। ਪਰ ਪ੍ਰੀਤ ਤੇਰੀ ਅਜਿਹੀ ਹੋਵੇ ਜਿਵੇਂ ਕਿ ਇੱਕ ਮੱਛੀ ਦੀ ਪਾਣੀ ਦੇ ਨਾਲ ਹੋਇਆ ਕਰਦੀ ਹੈ, ਇੱਕ ਭੰਵਰੇ ਦੀ ਫੁੱਲ ਦੇ ਨਾਲ ਹੋਇਆ ਕਰਦੀ ਹੈ, ਤੇ ਇੱਕ ਪਪੀਹੇ ਦੀ ਪ੍ਰੀਤ ਮੀਂਹ ਦੀ ਕਣੀ ਦੇ ਨਾਲ ਹੋਇਆ ਕਰਦੀ ਹੈ, ਇੱਕ ਹਿਰਨ ਦੀ ਪ੍ਰੀਤ ਘੰਡੇ ਹਿੜੇ ਦੀ ਆਵਾਜ਼ ਨਾਲ ਹੋਇਆ ਕਰਦੀ ਹੈ। ਤੇ ਮੇਰੇ ਸਤਿਗੁਰ ਜੀ ਕਹਿੰਦੇ, ਸਿੱਖਾ ਇਸੇ ਤਰ੍ਹਾਂ ਤੇਰੀ ਪ੍ਰੀਤ ਤੇਰੇ ਗੁਰੂ ਦੇ ਨਾਲ ਹੋਣੀ ਚਾਹੀਦੀ ਹੈ, ਤੇ ਗੁਰੂ ਦੇ ਦਰਸ਼ਨ ਦੇ ਕੇ ਹੀ ਤੇਰਾ ਮਨ ਤ੍ਰਿਪਤਣਾ ਚਾਹੀਦਾ। ਅਸੀਂ ਬਚਨ ਸ਼ਰਵਣ ਕਰਦੇ ਹਾਂ, ਜਿਉ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਬਿਹੂਣਾ ਚਾਤਰੀ ਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕੇ ਵੇਦਿਆ ਸਨਮੁਖ ਉਠ ਧਾਵੈ, ਲੋਭੀ ਭਵਰ ਲੋਭੀ ਕੁਸੰਭ ਵਾਸਕਾ ਮਿਲ ਆਪ ਬੰਧਾਵੈ, ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਸਤਿਗੁਰ ਜੀ ਕਹਿੰਦੇ, ਜਿਵੇਂ ਇਹਨਾਂ ਜਾਨਵਰਾਂ ਦੀ ਪ੍ਰੀਤ ਆਪਣੇ ਆਪਣੇ ਤਰ੍ਹਾਂ ਆਪਣੀ ਆਪਣੇ ਮਨਪਸੰਦੀ ਚੀਜ਼ ਦੇ ਨਾਲ ਹੈ, ਤੇ ਮੇਰੇ ਸਤਿਗੁਰ ਜੀ ਕਹਿੰਦੇ, ਸਿੱਖਾ ਤੇਰੀ ਵੀ ਪ੍ਰੀਤ ਇਸੇ ਤਰ੍ਹਾਂ ਆਪਣੇ ਗੁਰੂ ਦੇ ਨਾਲ ਹੋਣੀ ਚਾਹੀਦੀ ਹੈ। ਜੇਕਰ ਅਸੀਂ ਭਗਤ ਨਾਮਦੇਵ ਜੀ ਦੀ ਬਾਣੀ ਨੂੰ ਪੜ੍ਹਨਾ ਕਰੀਏ, ਉਸ ਵਿੱਚ ਵੀ ਸਾਨੂੰ ਬਹੁਤ ਸੋਹਣੀਆਂ ਉਦਾਹਰਨਾਂ ਮਿਲ ਜਾਂਦੀਆਂ। ਭਗਤ ਨਾਮਦੇਵ ਜੀ ਕਹਿੰਦੇ ਕਿ ਗੁਰੂ ਨਾਲ ਪ੍ਰੀਤ ਕਰਨੀ ਹੈ, ਪਰ ਕਰਨੀ ਕਿੱਦਾਂ ਦੀ ਹੈ। ਉਹਨਾਂ ਨੇ ਬਾਣੀ ਵਿੱਚ ਫਰਮਾਨਾ ਕੀਤਾ, ਜੈਸੀ ਭੁੱਖੇ ਪ੍ਰੀਤ ਅਨਾਜ, ਤ੍ਰਿਖਾ ਵੰਤ ਜਲ ਸੇਤੀ ਕਾਜ, ਜੈਸੀ ਮੂੜ ਕੁਟੰਬ ਪਰਾਇਣ, ਐਸੀ ਨਾਮੇ ਪ੍ਰੀਤ ਨਰਾਇਣ। ਭਗਤ ਨਾਮਦੇਵ ਜੀ ਕਹਿੰਦੇ ਕਿ ਜਿਵੇਂ ਇੱਕ ਭੁੱਖੇ ਮਨੁੱਖ ਦੀ ਪ੍ਰੀਤ ਅੰਨ ਦੇ ਨਾਲ ਹੋਇਆ ਕਰਦੀ ਹੈ, ਕਿਉਂਕਿ ਜਿਹੜਾ ਮਨੁੱਖ ਰੱਜਿਆ ਹੋਇਆ ਹੈ ਉਹ ਰੋਟੀ ਖਾਣ ਵੇਲੇ ਬਹੁਤ ਨਖਰੇ ਕਰਦਾ ਹੈ,
ਪਰ ਜਿਹੜਾ ਮਨੁੱਖ ਸੱਚਮੁੱਚ ਹੀ ਭੁੱਖਾ ਹੈ, ਉਹ ਫਿਰ ਇਹ ਨਹੀਂ ਵੇਖਦਾ ਕਿ ਰੋਟੀ ਮੈਨੂੰ ਪਨੀਰ ਨਾਲ ਮਿਲੀ ਹੈ ਜਾਂ ਰੋਟੀ ਚਾਰ ਨਾਲ ਮਿਲੀ ਹੈ। ਉਹ ਆਪਣੇ ਹੱਥ ਉੱਤੇ 2 ਫੁਲਕੇ ਧਰ ਕੇ ਗੰਢੇ ਦੇ ਨਾਲ ਰੋਟੀ ਖਾ ਲਿਆ ਕਰਦਾ, ਜਿਸ ਅੰਦਰ ਰੋਟੀ ਦੀ ਭੁੱਖ ਹੋਵੇ। ਜਿਸ ਨੂੰ ਰੋਟੀ ਦੇ ਨਾਲ ਪ੍ਰੀਤ ਹੈ, ਉਹ ਰੋਟੀ ਖਾਣ ਲੱਗਿਆ ਬਹੁਤੇ ਨਖਰੇ ਨਹੀਂ ਕਰੇਗਾ। ਤੇ ਰੋਟੀ ਨਾਲ ਪ੍ਰੀਤ ਸਿਰਫ ਇੱਕ ਭੁੱਖੇ ਮਨੁੱਖ ਨੂੰ ਹੀ ਹੋ ਸਕਦੀ ਹੈ। ਭਗਤ ਨਾਮਦੇਵ ਜੀ ਕਹਿੰਦੇ, ਅਜਿਹੀ ਪ੍ਰੀਤ ਗੁਰੂ ਨਾਲ ਕਰ, ਜਿਵੇਂ ਇੱਕ ਭੁੱਖਾ ਮਨੁੱਖ ਰੋਟੀ ਦੇ ਨਾਲ ਪ੍ਰੀਤ ਕਰਦਾ ਹੈ। ਤੇ ਅਗਲੀ ਉਦਾਹਰਨ ਦਿੰਦੇ ਨੇ, ਤ੍ਰਿਖਾਵੰਤ ਜਲ ਸੇਤੀ ਕਾਜ। ਜਿਵੇਂ ਇੱਕ ਪਿਆਸੇ ਮਨੁੱਖ ਨੂੰ ਪਾਣੀ ਦੇ ਨਾਲ ਪ੍ਰੀਤ ਹੁੰਦੀ ਹੈ, ਕਿਉਂਕਿ ਜਿਹੜਾ ਮਨੁੱਖ ਪਿਆਸਾ ਹੈ, ਉਹਨੇ ਇਹ ਨਹੀਂ ਵੇਖਣਾ ਕਿ ਮੈਨੂੰ ਪਾਣੀ ਕੱਚ ਦੇ ਗਲਾਸ ਵਿੱਚ ਦਿੱਤਾ ਹੈ, ਚਾਂਦੀ ਦੇ ਗਲਾਸ ਵਿੱਚ ਦਿੱਤਾ ਹੈ ਜਾਂ ਸਟੀਲ ਦੇ ਗਲਾਸ ਵਿੱਚ ਦਿੱਤਾ ਹੈ। ਜਿਹਨੂੰ ਪਿਆਸ ਲੱਗੀ ਹੈ, ਉਹ ਆਪਣੀ ਹੱਥ ਦੀ ਬੁੱਕ ਬਣਾ ਕੇ ਹੀ ਪਾਣੀ ਪੀ ਲੈਂਦਾ, ਕਿਉਂਕਿ ਪਾਣੀ ਦੇ ਨਾਲ ਪ੍ਰੀਤ ਹੈ, ਉਹਨੂੰ ਪਿਆਸ ਲੱਗੀ ਹੈ, ਉਹਨੂੰ ਜ਼ਰੂਰਤ ਹੈ। ਪਰ ਜਿਹੜਾ ਮਨੁੱਖ ਜਿਸ ਨੂੰ ਪਾਣੀ ਦੀ ਪਿਆਸ ਨਹੀਂ, ਉਹ ਪਾਣੀ ਪੀਣ ਲੱਗਿਆ ਵੀ ਨਖਰੇ ਕਰੇਗਾ। ਉਹ ਗਲਾਸ ਨੂੰ ਕਦੇ ਉੱਤੋਂ ਵੇਖਦਾ ਹੈ, ਕਦੋਂ ਨੀਚਿਓਂ ਵੇਖਦਾ ਹੈ ਕਿ ਗਲਾਸ ਨੂੰ ਕੋਈ ਦਾਗ ਤੇ ਨਹੀਂ ਲੱਗਿਆ। ਮੈਨੂੰ ਜੋ ਪਾਣੀ ਦਿੱਤਾ ਹੈ, ਇਹ ਟਰੇ ਵਿੱਚ ਦਿੱਤਾ ਹੈ ਜਾਂ ਹੱਥ ਵਿੱਚ ਫੜ ਕੇ ਲਿਆਏ ਨੇ। ਉਹ 100 ਨਖਰੇ ਕਰਦਾ ਪਾਣੀ ਪੀਣ ਲੱਗਿਆ, ਕਿਉਂਕਿ ਉਹਨੂੰ ਪਿਆਸ ਨਹੀਂ। ਪਰ ਭਗਤ ਨਾਮਦੇਵ ਜੀ ਕਹਿੰਦੇ, ਜਿਹੋ ਜੀ ਪ੍ਰੀਤ ਪਿਆਸੇ ਮਨੁੱਖ ਦੀ ਪਾਣੀ ਦੇ ਨਾਲ ਹੈ, ਅਜਿਹੀ ਪ੍ਰੀਤ ਗੁਰੂ ਦੇ ਨਾਲ ਕਰ। ਜੈਸੀ ਭੁੱਖੇ ਪ੍ਰੀਤ ਅਨਾਜ, ਤ੍ਰਿਖਾਵੰਤ ਜਲ ਸੇਤੀ ਕਾਜ। ਜੈਸੀ ਮੂੜ ਕੁਟੰਬ ਪਰਾਇਣ, ਐਸੀ ਨਾਮੇ ਪ੍ਰੀਤ ਨਾਰਾਇਣ। ਨਾਮੇ ਪ੍ਰੀਤ ਨਾਰਾਇਣ ਲਾਗੀ, ਸਹਿਜ ਸੁਭਾਏ ਭਿਉ ਬੈਰਾਗੀ। ਜ਼ਿੰਦਗੀ ਦੇ ਵਿੱਚ ਹੁਣ ਸਹਿਜ ਆ ਗਿਆ, ਕਿਉਂਕਿ ਜਿਹੜੀ ਵਿਧੀ ਉਹਨਾਂ ਨੇ ਦੱਸੀ ਹੈ, ਪਹਿਲਾਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪ ਪ੍ਰੈਕਟੀਕਲ ਕਰਕੇ ਉਹ ਜਿਹੀ ਪ੍ਰੀਤ ਪਰਮਾਤਮਾ ਦੇ ਨਾਲ ਕੀਤੀ ਹੈ। ਤੇ ਹੁਣ ਕਹਿੰਦੇ ਜ਼ਿੰਦਗੀ ਵਿੱਚ ਸਹਿਜ ਆ ਗਿਆ, ਤੇ ਹੁਣ ਅੱਗੇ ਸਾਨੂੰ ਸਮਝਾ ਰਹੇ ਨੇ ਕਿ ਅਜਿਹੀ ਪ੍ਰੀਤ ਅਸੀਂ ਗੁਰੂ ਨਾਲ ਕਰੀਏ, ਜੇਕਰ ਅਸੀਂ ਗੁਰੂ ਦੇ ਉੱਤੇ ਆਪਣਾ ਭਰੋਸਾ ਵੱਜਣਾ ਚਾਹੁੰਦੇ ਹਾਂ। ਪਰ ਜਿਹੜੀਆਂ ਉਦਾਹਰਨਾਂ ਅਸੀਂ ਇਹ ਉੱਪਰ ਵੇਖ ਕੇ ਆਏ ਹਾਂ, ਇਹਨਾਂ ਦੀ ਪ੍ਰੀਤ ਇੱਕ ਤਰਫ ਹੈ, ਤੇ ਦੁਨੀਆ ਦੇ ਵਿੱਚ 2 ਤਰ੍ਹਾਂ ਦੀ ਪ੍ਰੀਤ ਹੋਇਆ ਕਰਦੀ ਹੈ। ਇੱਕ ਪ੍ਰੀਤ ਹੁੰਦੀ ਹੈ ਇੱਕ ਅੰਗੀ, ਤੇ ਦੂਜੀ ਪ੍ਰੀਤ ਹੁੰਦੀ ਹੈ ਸਰਬੰਗੀ। ਜਿਹੜੀਆਂ ਅਸੀਂ ਇਹ ਉਦਾਹਰਨਾਂ ਉੱਪਰ ਵੇਖੀਆਂ ਨੇ, ਇਹਨਾਂ ਦੀ ਪ੍ਰੀਤ ਇੱਕ ਤਰਫ ਹੈ। ਤੇ ਭਾਈ ਗੁਰਦਾਸ ਜੀ ਦੀ ਰਚਨਾ ਪੜ੍ਹੀਏ ਤੇ ਗੱਲ ਕਲੀਅਰ ਹੋ ਜਾਂਦੀ ਹੈ। ਭਾਈ ਗੁਰਦਾਸ ਜੀ ਕਹਿੰਦੇ, ਦੀਪਕ ਪਿਆਵਤ ਪਤੰਗ ਪ੍ਰੀਤ ਰੀਤ ਲਗ, ਦੀਪਕੈ ਮਹਾ ਵਿਪਰੀਤ ਮਿਲੇ ਜਾ ਰਿਹਾ। ਕਹਿੰਦੇ ਇੱਕ ਦੀਵਾ ਬਾਲਿਆ, ਤੇ ਦੀਵੇ ਨੂੰ ਵੇਖ ਕੇ ਇੱਕ ਪਤੰਗਾ ਉਹਦੇ ਉੱਪਰ ਆ ਕੇ ਬੈਠਿਆ ਤੇ ਆਪਣੇ ਆਪ ਨੂੰ ਸਾੜ ਕੇ ਸਵਾਹ ਕਰ ਲਿਆ। ਉਸ ਪਤੰਗੇ ਦੀ ਪ੍ਰੀਤ ਦੀਵੇ ਨਾਲ ਹੈ। ਉਹ ਦੀਵੇ ਕੋਲ ਜਾਂਦਾ ਤੇ ਆਪਣੀ ਜਾਨ ਦੀ ਪਰਵਾਹ ਤੱਕ ਨਹੀਂ ਕਰਦਾ, ਤੇ ਆਪਣਾ ਆਪ ਸਾੜ ਕੇ ਸਵਾਹ ਹੋ ਜਾਂਦਾ ਹੈ। ਪਰ ਜੋ ਦੀਵਾ ਹੈ, ਉਸ ਦੀ ਪ੍ਰੀਤ ਪਤੰਗੇ ਨਾਲ ਨਹੀਂ। ਜੇ ਦੀਵੇ ਦੀ ਪ੍ਰੀਤ ਪਤੰਗੇ ਨਾਲ ਹੁੰਦੀ ਤਾਂ ਉਸਨੇ ਕਦੇ ਵੀ ਉਹਨੂੰ ਸਾੜਨਾ ਨਹੀਂ ਸੀ। ਪਤੰਗੇ ਦੀ ਪ੍ਰੀਤ ਦੀਵੇ ਨਾਲ ਹੈ, ਪਰ ਦੀਵੇ ਦੀ ਪਤੰਗੇ ਨਾਲ ਨਹੀਂ। ਇਸੇ ਤਰ੍ਹਾਂ ਹੀ ਅਗਲੀ ਉਦਾਹਰਨ ਦਿੰਦੇ ਨੇ, ਅਲ ਚੱਲ ਆਵਤ ਕਮਲ ਪੈ ਸਨੇਹ ਕਰ, ਕਮਲ ਸੁਪੁੰਟਮਦ ਪ੍ਰਾਣ ਪ੍ਰਹਾਰ ਹੈ। ਕਹਿੰਦੇ ਕਮਲ ਦੇ ਫੁੱਲ ਦੇ ਉੱਤੇ ਭੌਰਾ ਜਾ ਕੇ ਬਹਿੰਦਾ ਹੈ। ਹੁਣ ਭੌਰੇ ਦੀ ਪ੍ਰੀਤ ਤਾਂ ਕਮਲ ਦੇ ਨਾਲ ਹੈ। ਉਹ ਕਮਲ ਦੀ ਬਾਸ਼ਨਾ ਲੈ ਕੇ ਉਹਦੇ ਉੱਪਰ ਜਾ ਕੇ ਬਹਿੰਦਾ ਹੈ, ਤੇ ਉਹਦੇ ਰਸ ਦੇ ਵਿੱਚ ਇੰਨਾ ਮਗਨ ਹੋ ਜਾਂਦਾ ਹੈ ਕਿ ਉਹਨੂੰ ਉੱਡਣ ਦਾ ਖਿਆਲ ਹੀ ਭੁੱਲ ਜਾਂਦਾ ਹੈ। ਉਸ ਦੀ ਪ੍ਰੀਤ ਦੇ ਨਾਲ ਇੰਨਾ ਉਹ ਰੁੱਝ ਜਾਂਦਾ ਹੈ ਕਿ ਉਹਦੇ ਉੱਤੇ ਹੀ ਬੈਠਾ ਰਹਿੰਦਾ ਹੈ। ਪਰ ਜਦੋਂ ਸ਼ਾਮ ਨੂੰ ਸੂਰਜ ਡੁੱਬਦਾ ਹੈ, ਕਮਲ ਆਪਣੀਆਂ ਪੰਖੁੜੀਆਂ ਸਮੇਟ ਲੈਂਦਾ ਹੈ ਤੇ ਉਸ ਭਵਰੇ ਨੂੰ ਆਪਣੇ ਵਿੱਚ ਹੀ ਘੁੱਟ ਕੇ ਮਾਰ ਦਿੰਦਾ ਹੈ। ਇੱਥੇ ਭਵਰੇ ਦੀ ਪ੍ਰੀਤ ਤਾਂ ਕਮਲ ਦੇ ਨਾਲ ਹੈ, ਪਰ ਕਮਲ ਦੀ ਪ੍ਰੀਤ ਭਵਰੇ ਨਾਲ ਨਹੀਂ। ਜੇ ਕਮਲ ਦੀ ਪ੍ਰੀਤ ਭਵਰੇ ਨਾਲ ਹੁੰਦੀ
ਤੇ ਉਹਨੇ ਉਹਨੂੰ ਕਦੇ ਵੀ ਆਪਣੀਆਂ ਪੌਂਖੜੀਆਂ ਵਿੱਚ ਘੁੱਟ ਕੇ ਨਹੀਂ ਮਾਰਨਾ ਸੀ। ਇਸੇ ਹੀ ਤਰ੍ਹਾਂ ਅਗਲੀ ਉਦਾਹਰਨ ਦੇ ਨਾਲ ਸਮਝਾਉਂਦੇ ਐ, ਮਨ ਬਚ ਕਰਮ ਜਲ ਮੀਨ ਲਵਲੀਨਗਤ ਵਿਛੁਰਤ ਰਾਖਨਾ ਸਕਤ ਗਹਿ ਡਾਰ ਹੈ। ਇੱਕ ਮੱਛੀ ਦੀ ਉਦਾਹਰਨ ਦਿੰਦੇ ਨੇ, ਕਹਿੰਦੇ ਇੱਕ ਮੱਛੀ ਦੀ ਪਾਣੀ ਦੇ ਨਾਲ ਬਹੁਤ ਪ੍ਰੀਤ ਹੈ। ਜਦੋਂ ਮੱਛੀ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਤੇ ਉਹ ਤੜਫ ਤੜਫ ਕੇ ਆਪਣੇ ਪ੍ਰਾਣ ਤਿਆਗ ਦਿੰਦੀ ਹੈ, ਪਰ ਅੱਜ ਤੱਕ ਪਾਣੀ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਮੱਛੀ ਨੂੰ ਮੇਰੇ ਤੋਂ ਜੁਦਾ ਨਾ ਕਰੋ, ਕਿਉਂਕਿ ਮੱਛੀ ਦੀ ਪ੍ਰੀਤ ਪਾਣੀ ਨਾਲ ਹੈ, ਪਾਣੀ ਦੀ ਪ੍ਰੀਤ ਮੱਛੀ ਨਾਲ ਨਹੀਂ। ਇਹ ਜੋ ਅਸੀਂ 3 ਉਦਾਹਰਨਾਂ ਵੇਖੀਆਂ ਨੇ, ਇਹ ਇੱਕ ਅੰਗੀ ਪਿਆਰ ਹੈ। ਪਰ ਭਾਈ ਗੁਰਦਾਸ ਜੀ ਕਹਿੰਦੇ, ਸਿੱਖਾ ਜਿਹੜਾ ਤੇਰਾ ਗੁਰੂ ਨਾਲ ਪਿਆਰ ਹੈ ਨਾ, ਉਹ ਸਰਬੰਗੀ ਪਿਆਰ ਹੈ। ਦੁਖਦਾਈ ਪ੍ਰੀਤ ਕੀ ਪ੍ਰਤੀਤ ਕੈ ਮਰੈ ਨਾ ਟਰੈ, ਗੁਰ ਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ ਹੈ। ਭਾਈ ਗੁਰਦਾਸ ਜੀ ਕਹਿੰਦੇ ਕਿ ਜੋ ਅਸੀਂ ਇਹ ਉੱਪਰ 3 ਉਦਾਹਰਨਾਂ ਵੇਖੀਆਂ ਨੇ, ਇਹ ਦੁਖਦਾਈ ਪ੍ਰੀਤ ਕਰਦੇ ਐ, ਪ੍ਰੀਤ ਕੀਤੀ ਹੈ, ਪਰ ਇਹਨਾਂ ਨੂੰ ਆਪਣਾ ਆਪ ਮਿਟਾਉਣਾ ਪੈਂਦਾ ਹੈ। ਦੁਖਦਾਈ ਪ੍ਰੀਤ ਕੀ ਪ੍ਰਤੀਤ ਕੈ ਮਰੈ, ਇਹ ਦੁਖਦਾਈ ਪ੍ਰੀਤ ਦੀ ਪ੍ਰਤੀਤ ਕਰਕੇ ਮਰ ਗਏ, ਪਰ ਸਿੱਖਾ ਤੇਰੀ ਪ੍ਰੀਤ ਗੁਰੂ ਦੇ ਨਾਲ ਸੁਖਦਾਈ ਪ੍ਰੀਤ ਹੈ, ਤੂੰ ਉਸ ਗੁਰੂ ਨੂੰ ਕਿਉਂ ਭੁਲਾਈ ਬੈਠੇ। ਭਾਈ ਗੁਰਦਾਸ ਜੀ ਦੇ ਕਹਿਣ ਦਾ ਭਾਵ ਇਹੀ ਹੈ ਕਿ ਸਿੱਖ ਦਾ ਪਿਆਰ ਗੁਰੂ ਦੇ ਨਾਲ ਸਰਬੰਗੀ ਪਿਆਰ ਹੈ, ਤੇ ਸਿੱਖ ਨੂੰ ਚਾਹੀਦਾ ਹੈ ਕਿ ਉਹ ਗੁਰੂ ਦੇ ਨਾਲ ਪ੍ਰੀਤ ਕਰੇ, ਉਸ ਗੁਰੂ ਨੂੰ ਵਿਸਾਰੇ ਨਾ। ਅਜਿਹਾ ਹੀ ਪਿਆਰ ਜੇ ਅਸੀਂ ਇਤਿਹਾਸ ਦੇ ਵਿੱਚੋਂ ਵੇਖਣਾ ਹੋਵੇ ਤੇ ਮੇਰੇ ਸਾਹਮਣੇ ਭਾਈ ਨੰਦ ਲਾਲ ਜੀ ਦਾ ਜੀਵਨ ਆ ਜਾਂਦਾ ਹੈ। ਭਾਈ ਨੰਦ ਲਾਲ ਜੀ ਦੀ ਰਚਨਾ ਪੜ੍ਹਨ ਦਾ ਮੌਕਾ ਮਿਲਿਆ ਤੇ ਭਾਈ ਨੰਦ ਲਾਲ ਜੀ ਕਹਿੰਦੇ ਮੈਂ ਜਿਉਂਦੇ ਜੀ ਤਾਂ ਗੁਰੂ ਘਰ ਦਾ ਕੁੱਕਰ ਹਾਂ, ਗੁਰੂ ਘਰ ਦੇ ਨਾਲ ਮੇਰੀ ਪ੍ਰੀਤ ਹੈ, ਪਰ ਕਹਿੰਦੇ ਮਰ ਕੇ ਵੀ ਮੇਰੀ ਪ੍ਰੀਤ ਗੁਰੂ ਘਰ ਦੇ ਨਾਲੋਂ ਟੁੱਟਣੀ ਨਹੀਂ ਚਾਹੀਦੀ। ਭਾਈ ਨੰਦ ਲਾਲ ਜੀ ਨੇ ਬਚਨ ਕੀਤੇ, ਮਬਰ ਐਬਾਦ ਖਾਕਮ ਅਜ਼ਦਰ ਦੂਸ਼ਤ ਦੁਸ਼ਮਨਮ ਸਰਜਨਸ਼ ਕੁਨੰਦ ਕੇ ਹਰ ਜਾਇਸ਼ਤ। ਭਾਈ ਨੰਦ ਲਾਲ ਜੀ ਹਵਾ ਨਾਲ ਗੱਲਾਂ ਕਰਦੇ ਆ, ਕਹਿੰਦੇ ਇਹ ਹਵਾ, ਜਦੋਂ ਮੈਂ ਆਪਣਾ 5 ਭੂਤਕ ਸਰੀਰ ਤਿਆਗ ਗਿਆ ਤੇ ਮੇਰੇ 5 ਭੂਤਕ ਸਰੀਰ ਦੀ ਜਲ ਕੇ ਮਿੱਟੀ ਬਣ ਗਈ, ਤੇ ਉਸ ਮਿੱਟੀ ਦੀ ਢੇਰੀ ਦੇ ਕੋਲੋਂ ਤੂੰ ਜਰਾ ਹੌਲੀ ਚੱਲੀ, ਕਿਤੇ ਤੇਰੇ ਤੇਜ਼ ਚੱਲਣ ਦੇ ਨਾਲ ਮੇਰੇ ਸਰੀਰ ਦੀ ਮਿੱਟੀ ਉੱਡ ਕੇ ਕਿਸੇ ਹੋਰ ਦੇ ਦਰ ਤੇ ਨਾ ਚਲੀ ਜਾਵੇ, ਕਿਉਂਕਿ ਦੁਸ਼ਮਨਮ ਸਰਜਨਸ਼ ਕੁਨੰਦ ਕੇ ਹਰ ਜਾਇਸ਼ਤ, ਕਿਉਂਕਿ ਮੇਰੇ ਦੁਸ਼ਮਣਾਂ ਨੇ ਕਹਿਣਾ ਹੈ, ਜਿਹੜੇ ਮੇਰੇ ਨਾਲ ਵਿਰੋਧ ਕਰਦੇ ਹੈ, ਉਹਨਾਂ ਨੇ ਕਹਿਣਾ ਕਿ ਨੰਦ ਲਾਲ ਸਾਰੀ ਉਮਰ ਤਾਂ ਗੁਰੂ ਘਰ ਦਾ ਕੁੱਕਰ ਬਣ ਕੇ ਰਿਹਾ, ਪਰ ਜਦੋਂ ਇਸ ਨੇ ਆਪਣਾ ਸਰੀਰ ਤਿਆਗਿਆ ਤਾਂ ਇਸ ਦੀ ਸਰੀਰ ਦੀ ਮਿੱਟੀ ਦੂਜੇ ਦੇ ਦਰ ਤੇ ਉੱਡੀ ਫਿਰਦੀ ਹੈ। ਭਾਈ ਨੰਦ ਲਾਲ ਜੀ ਕਹਿੰਦੇ ਮੇਰੀ ਮਰ ਕੇ ਵੀ ਪ੍ਰੀਤ ਗੁਰੂ ਦੇ ਨਾਲੋਂ ਘਟਣੀ ਨਹੀਂ ਚਾਹੀਦੀ, ਮੈਂ ਮਰ ਕੇ ਵੀ ਆਪਣੇ ਸਰੀਰ ਦੀ ਮਿੱਟੀ ਕਿਸੇ ਦੂਜੇ ਦੇ ਦਰ ਤੇ ਨਹੀਂ ਲਿਜਾਉਣਾ ਚਾਹੁੰਦਾ, ਮਰ ਕੇ ਵੀ ਮੇਰੇ ਸਰੀਰ ਦੀ ਮਿੱਟੀ ਇਸ ਗੁਰੂ ਘਰ ਵਿੱਚ ਹੀ ਰਵੇ। ਭਾਈ ਨੰਦ ਲਾਲ ਜੀ ਦੀ ਪ੍ਰੀਤ ਹੈ, ਜਿਵੇਂ ਕਿ ਅਸੀਂ ਪਹਿਲਾਂ ਵੀ ਸ਼ਰਵਣ ਕੀਤਾ ਕਿ ਜਿਵੇਂ ਜਿਉ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਜੀਵਨ ਨਹੀਂ ਪਾਉਂਦੀ, ਤੇ ਭਾਈ ਨੰਦ ਲਾਲ ਜੀ ਕਹਿੰਦੇ ਕਿ ਮੈਂ ਵੀ ਗੁਰੂ ਤੋਂ ਬਿਨਾਂ ਜੀਵਨ ਨਹੀਂ ਪਾ ਸਕਦਾ, ਇਹ ਮੇਰੀ ਗੁਰੂ ਦੇ ਨਾਲ ਪ੍ਰੀਤ ਹੈ। ਸੋ ਸਾਨੂੰ ਵੀ ਅੱਜ ਚਾਹੀਦਾ ਹੈ ਕਿ ਜੇ ਅਸੀਂ ਗੁਰੂ ਉੱਤੇ ਭਰੋਸਾ ਬੱਝਣਾ ਚਾਹੁੰਦੇ ਹਾਂ, ਜੇ ਚਾਹੁੰਦੇ ਹਾਂ ਕਿ ਗੁਰੂ ਸਾਡੇ ਉੱਤੇ ਆਪਣੀ ਖੁਸ਼ੀ ਪ੍ਰਗਟ ਕਰੇ, ਤੇ ਜ਼ਰੂਰੀ ਹੈ ਕਿ ਸਾਨੂੰ ਗੁਰੂ ਦੇ ਨਾਲ ਪ੍ਰੀਤ ਕਰਨੀ ਪੈਣੀ, ਗੁਰੂ ਦੇ ਨਾਲ ਸਾਨੂੰ ਪਿਆਰ ਵਾਲਾ ਸੰਬੰਧ ਬਣਾਉਣਾ ਪੈਣਾ ਹੈ। ਜੇਕਰ ਗੁਰੂ ਦੇ ਨਾਲ ਪ੍ਰੀਤ ਕਰਾਂਗੇ ਤੇ ਫਿਰ ਅਗਲਾ ਸਟੈਪ ਹੈ, ਫਿਰ ਗੁਰੂ ਤੇ ਭਰੋਸਾ ਵੱਧ ਜਾਣਾ, ਤੇ ਜੇ ਗੁਰੂ ਤੇ ਭਰੋਸਾ ਵੱਧ ਗਿਆ ਫਿਰ ਜ਼ਿੰਦਗੀ ਦੇ ਵਿੱਚੋਂ ਜੋ ਦੁਚਿੱਤਾਪਨ ਹੈ ਨਾ, ਕਿ ਬੰਦਾ ਅਰਦਾਸ ਕਰ ਦਿੰਦਾ ਤੇ ਬਾਅਦ ਵਿੱਚ ਸੋਚਦਾ ਕਿ ਅਰਦਾਸ ਪੂਰੀ ਹੋ ਵੀ ਜਾਵੇਗੀ, ਅਰਦਾਸ ਕਰਤੀ ਪਰ ਭਰੋਸਾ ਨਹੀਂ, ਜ਼ਿੰਦਗੀ ਵਿੱਚ ਦੁਚਿੱਤਾਪਨ ਆ ਜਾਂਦਾ ਹੈ। ਪਰ ਭਾਈ ਨੰਦ ਲਾਲ ਜੀ ਕਹਿੰਦੇ ਜਦੋਂ ਜ਼ਿੰਦਗੀ ਦੇ ਵਿੱਚ ਗੁਰੂ ਦੇ ਨਾਲ ਪ੍ਰੀਤ ਬਣ ਜਾਵੇਗੀ ਨਾ, ਤੇ ਜਿਹੜਾ ਭਰੋਸਾ ਪ੍ਰੀਤ ਦੇ ਵਿੱਚੋਂ ਪੈਦਾ ਹੋਇਆ ਉਹ ਫਿਰ ਭਰੋਸਾ, ਉਸ ਭਰੋਸੇ ਦੇ ਨਾਲ ਕਦੇ ਵੀ ਜ਼ਿੰਦਗੀ ਦੇ ਵਿੱਚ ਦੁਚਿੱਤਾਪਨ ਨਹੀਂ ਆਵੇਗਾ।